D4 न्यूज़ देख रहे तमाम दोस्तों को दीपक भंडारी का नमस्कार। आज नगर निगम का बजट 435 करोड़ का पास हो गया है। हमारे साथ हैं मेयर करमजीत सिंह रिंटू। हमने 2 दिन पहले भी इनसे बात की थी, तो बड़े विस्तार से बात हो चुकी है। आज ये करीब 1-1.5 घंटा बैठक चली, जिसमें ये 435 करोड़ का बजट पास हुआ। कुछ विरोध भी हुआ। मेयर साहब, आज क्या तुसीं ते पहले भी दस्सिया सीगा ਜਿਹੜਾ ਇਹਦੇ 'ਚ ਖਾਸ ਚੀਜ਼ ਕੋਈ ਨਵੀਂ ਕੀਤੀ ਹੋਵੇ ਬਜਟ 'ਤੇ? ਨਹੀਂ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਕੋਈ ਬਜਟ ਦਾ ਕੋਈ ਵਿਰੋਧ ਕਿਤੇ ਨਹੀਂ ਹੋਇਆ। ਬਜਟ ਸਾਰਿਆਂ ਨੇ ਸਰਬਸੰਮਤੀ ਨਾਲ ਪਾਸ ਕੀਤਾ ਔਰ ਸਾਰਿਆਂ ਨੇ ਇਸ ਬਜਟ ਦੀ ਸ਼ਲਾਘਾ ਕੀਤੀ ਹੈ। ਇਸ ਬਜਟ ਦੇ ਵਿੱਚ ਪਹਿਲਾਂ ਸਾਡੇ ਕੋਲ ਸਾਡੀਆਂ ਤਨਖਾਹਾਂ ਜਾਂ ਹੋਰ ਖਰਚੇ ਬਹੁਤ ਜ਼ਿਆਦਾ ਹੁੰਦੇ ਸੀਗੇ। ਐਰਕੀ ਪਹਿਲੀ ਵਾਰੀ ਹੋਇਆ ਕਿ ਜਿੱਥੇ 7% ਡਿਵੈਲਪਮੈਂਟ ਲਈ ਬਚਦਾ ਹੁੰਦਾ ਸੀ, ਐਰਕੀ ਅਸੀਂ 43% ਤੋਂ ਵੱਧ ਜਿਹੜਾ ਬਜਟ ਆ ਉਹ ਡਿਵੈਲਪਮੈਂਟ ਵਾਸਤੇ ਰੱਖਿਆ। ਔਰ ਜਿੱਦਾਂ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਕਿਤੇ ਕੋਈ ਕਿਸੇ ਕਿਸਮ ਦੀ ਅਸੀਂ ਸ਼ਹਿਰ ਵਾਸੀਆਂ ਨੂੰ ਮੁਸ਼ਕਿਲ ਨਹੀਂ ਆਉਣ ਦੇਣੀ। ਉਹਦੇ ਲਈ ਅਸੀਂ ਬਿਲਕੁਲ ਤਿਆਰ ਹਾਂ ਔਰ ਸਾਰਿਆਂ ਨੇ ਬੜੀ ਸੂਝ ਦੇ ਨਾਲ, ਸੋਚ ਸਮਝ ਦੇ ਨਾਲ ਸਾਡੇ ਕਰਮਚਾਰੀ ਅਧਿਕਾਰੀਆਂ ਨੇ ਬਜਟ ਤਿਆਰ ਕੀਤਾ ਔਰ ਅਸੀਂ ਸਾਰੇ ਕੌਂਸਲਰ ਸਾਥੀਆਂ ਨਾਲ ਅੱਜ ਬਜਟ ਨੂੰ ਵਿਚਾਰ ਕੇ ਪਾਸ ਕੀਤਾ। ਔਰ ਮੈਨੂੰ ਖੁਸ਼ੀ ਹੈ ਕਿ ਸਾਰੇ ਹੀ ਹਾਊਸ ਨੇ ਸਰਬਸੰਮਤੀ ਦੇ ਨਾਲ ਇਸ ਬਜਟ ਨੂੰ ਪ੍ਰਵਾਨ ਕੀਤਾ ਔਰ ਇਸ ਦੀ ਸ਼ਲਾਘਾ ਕੀਤੀ। ਮੇਰ ਸਾਹਿਬ, ਇਹ ਜਨਤਾ ਦਾ ਬੜਾ ਸਵਾਲ ਹੈ ਕਿ 100 ਕਰੋੜ ਕਰੀਬ ਤੁਸੀਂ ਵੀ ਦੱਸਿਆ ਸੀਗਾ ਵੀ ਅਸੀਂ ਹਰ ਸਾਲ ਡਿਵੈਲਪਮੈਂਟ 'ਤੇ ਜਾਂ ਸੜਕਾਂ ਬਣਾਉਣ 'ਤੇ ਖਰਚ ਕਰਦੇ ਹਾਂ, ਤੇ ਹਰ ਸਾਲ ਸੜਕਾਂ ਬਣਦੀਆਂ ਤੇ ਕਿਆ ਰੀਜ਼ਨ ਹੈ ਕਿ ਸੜਕਾਂ ਹੀ ਇੰਨਾ ਪੈਸਾ ਖਾਈ ਜਾ ਰਹੀਆਂ? ਨਹੀਂ, ਹਰ ਸਾਲ ਸੜਕਾਂ ਨਹੀਂ ਬਣਦੀਆਂ। ਕਈ ਬਹੁਤ ਵੱਡਾ ਸ਼ਹਿਰ ਹੈ, ਇਹਦੇ ਵਿੱਚ ਜਿਹੜੀਆਂ ਹੁਣ ਸੜਕਾਂ ਜਿਹਦੀ ਲੋੜ ਹੁੰਦੀ ਉਹ ਬਣਾਈਆਂ ਜਾਂਦੀਆਂ। ਪਰ ਮੈਂ ਤੁਹਾਨੂੰ ਪਿਛਲੀ ਇੰਟਰਵਿਊ 'ਚ ਵੀ ਇਹ ਗੱਲ ਦੱਸੀ ਸੀਗੀ ਕਿ ਜਿਸ ਤਰੀਕੇ ਦੇ ਨਾਲ ਇੱਕ ਮਿਆਰੀ ਕੰਪਨੀ ਲੈ ਕੇ ਟੋਟਲ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਕਰ ਦੇਣੀ, ਉਹ ਇੱਕ ਵੱਖਰੀ ਚੀਜ਼ ਹੈ। ਕਿਉਂਕਿ ਜਦੋਂ ਤੁਸੀਂ ਫੇਸਿਸ 'ਚ ਕੰਮ ਕਰਦੇ ਹੋ ਤਾਂ ਫਿਰ ਕਦੇ ਵੀ ਉਹਦੀ ਇੱਕ ਦਿੱਖ ਨਹੀਂ ਆ ਸਕਦੀ, ਕਦੀ ਕੋਈ ਬਣ ਗਈ, ਕਦੀ ਕੋਈ ਟੁੱਟ ਗਈ। ਹੁਣ ਅਸੀਂ ਪਹਿਲੀ ਵਾਰੀ ਇੱਕ 50 ਕਰੋੜ ਰੁਪਏ ਦੇ ਨਾਲ ਆਲਮੋਸਟ ਸਾਰੀਆਂ ਮੇਨ ਲੀਡਿੰਗ ਰੋਡਸ ਜਿਹੜੀਆਂ ਨੇ ਉਹ ਇਸੇ ਹਾਊਸ 'ਚ ਅਸੀਂ ਪਾਸ ਕਰ ਲਈਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗੀ ਮਿਆਰੀ ਕੰਪਨੀ ਲਵਾਂਗੇ। ਕਿਉਂਕਿ ਜਦੋਂ ਤੁਸੀਂ ਚੰਗੀਆਂ ਸਟ੍ਰਿੰਜੈਂਟ ਕੰਡੀਸ਼ਨਸ ਰੱਖਦੇ ਹੋ, ਉਹਦੀਆਂ ਸਪੈਸੀਫਿਕੇਸ਼ਨਸ ਰਿਚ ਕਰ ਦਿੰਦੇ, ਉਹਦੇ ਨਾਲ ਜਿੱਥੇ ਕੰਮ ਮਿਆਰੀ ਹੋਏਗਾ ਉੱਥੇ ਅਸੀਂ ਉਹਨਾਂ ਦੇ ਕੋਲੋਂ ਉਹਦਾ ਜਿਹੜਾ DLP ਪੀਰੀਅਡ ਹੈ, ਡਿਫੈਕਟ ਲਾਇਬਿਲਿਟੀ ਪੀਰੀਅਡ, ਉਹ ਫਿਰ ਕੰਪਨੀ ਦੀ ਜ਼ਿੰਮੇਵਾਰੀ ਹੋਏਗੀ ਕਿ 5-7 ਸਾਲ ਜੋ ਵੀ ਪੀਰੀਅਡ ਹੋਏਗਾ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ। ਜੇ ਟੁੱਟ ਜਾਏਗੀ ਤਾਂ ਉਹਨਾਂ ਨੂੰ ਕੰਪਨਸੇਸ਼ਨ ਦੇਣੀ ਪਏਗੀ। ਸੋ ਅਸੀਂ ਇਸ ਵਾਰੀ ਅਸੀਂ ਇਸ ਲਾਈਨ ਦੇ ਉੱਤੇ ਕੰਮ ਕਰਨ ਲੱਗੇ ਔਰ ਸ਼ਹਿਰ ਦੇ ਵਿੱਚ ਮਿਆਰੀ ਕੰਪਨੀ ਤੋਂ ਮਿਆਰੀ ਸੜਕਾਂ ਬਣਾ ਕੇ ਦੇਵਾਂਗੇ। ਅੱਛਾ, ਵੀ ਇੱਕ ਆਰੋਪ ਲੱਗਿਆ ਸੀਗਾ ਕਾਰਪੋਰੇਸ਼ਨ 'ਤੇ ਵੀ ਜਿਹੜੇ ਟਿਊਬਵੈੱਲਾਂ ਦਾ ਠੇਕਾ ਪਹਿਲੇ 100 ਕਰੀਬ 125 ਕਰੋੜ 'ਚ ਦਿੱਤਾ ਜਾਂਦਾ ਸੀਗਾ, ਉਹ ਹੁਣ 4.5 ਕਰੋੜ ਰੁਪਏ ਉੱਤੇ ਖਰਚ ਕੀਤਾ ਜਾ ਰਿਹਾ। ਨਹੀਂ, ਬਿਲਕੁਲ ਇਹ ਗੱਲ ਨਹੀਂ ਗੀ, ਕਿਉਂਕਿ 5 ਸਾਡੀਆਂ ਜ਼ੋਨਸ ਨੇ, 5 ਦੇ ਵੱਖਰੇ ਵੱਖਰੇ ਟੈਂਡਰ ਲੱਗਦੇ ਨੇ। ਜਦੋਂ ਅਸੀਂ ਇਹ AMC ਦਿੱਤੀ ਸੀ, ਇਸ ਕਰਕੇ ਦਿੱਤੀ ਸੀਗੀ ਕਿ ਥੱਲੜੇ ਲੈਵਲ 'ਤੇ ਬੜੀ ਛੋਟੀਆਂ ਫਾਈਲਾਂ ਬਣਦੀਆਂ ਸੀ ਰਿਪੇਅਰ ਦੀਆਂ, ਉਹ ਚੈਕਿੰਗ ਹੀ ਨਹੀਂ ਹੋ ਪਾਉਂਦੀ ਸੀ। ਉਹਦੇ ਵਿੱਚ ਬਹੁਤ ਸਾਰੇ ਕਈ ਕਿਸਮ ਦੇ ਜਿਹੜੀਆਂ ਡਿਸਕ੍ਰਿਪੈਂਸੀਜ਼ ਰਹਿ ਜਾਂਦੀਆਂ ਸੀ। ਇਸ ਕਰਕੇ ਅਸੀਂ ਫਿਰ ਸੋਚਿਆ ਕਿ ਇਹਦੀ ਇੱਕ ਕਿਸੇ ਚੰਗੀ ਕੰਪਨੀ ਦੇ ਉੱਤੋਂ AMC ਕਰਾਈ ਜਾਵੇ। ਜਿੱਥੇ ਸਾਡਾ ਪਹਿਲਾਂ 6 ਕਰੋੜ ਤੋਂ ਉੱਤੇ ਟਿਊਬਵੈੱਲਾਂ ਦੀ ਰਿਪੇਅਰ 'ਤੇ ਖਰਚ ਆਉਂਦਾ ਸੀ ਸਾਲਾਨਾ, ਉਹ ਅਸੀਂ ਲਗਭਗ 4-4.5 ਕਰੋੜ ਰੁਪਏ, ਸਾਨੂੰ 2 ਕਰੋੜ ਰੁਪਏ ਦੀ ਉਦੋਂ ਸੇਵਿੰਗ ਹੋਈ ਕਿ ਜਦੋਂ ਅਸੀਂ ਇਹ ਵਾਲਾ ਸਿਸਟਮ ਅਡੋਪਟ ਕੀਤਾ। ਇਸ ਤੋਂ ਇਲਾਵਾ ਸਾਨੂੰ 200 ਬੰਦਾ ਜਿਹੜਾ ਸਾਡਾ ਟਿਊਬਵੈੱਲ ਆਪਰੇਟਰ ਸੀ, 450 ਤੋਂ ਉੱਤੇ ਸਾਡਾ ਟਿਊਬਵੈੱਲ ਚੱਲ ਰਿਹਾ, 200 ਬੰਦਾ ਸਾਡਾ ਟਿਊਬਵੈੱਲ ਆਪਰੇਟਰ ਫ੍ਰੀ ਹੋਇਆ। ਕਿਉਂਕਿ ਹੁਣ ਜਿਹੜੀ ਕੰਪਨੀ, ਜਿਸ ਠੇਕੇਦਾਰ ਨੇ ਠੇਕਾ ਲਿਆ, ਉਹਦੇ ਹੀ ਟਿਊਬਵੈੱਲ ਜਿਹੜੇ ਉੱਥੇ ਰਾਖੀ ਵੀ ਉਹ ਕਰੇਗਾ, ਸੁਪਰਵਿਜ਼ਨ ਵੀ ਉਹਦੀ ਆ, ਚੋਰੀ ਹੋ ਜੇ ਤਦ ਉਹਦੀ ਆ, ਉਹ ਸਾਰਾ ਕੁਝ ਸਾਨੂੰ ਬਹੁਤ ਸਾਰਾ ਫਾਇਦਾ ਹੋਇਆ ਕਿ ਇੰਸ਼ੋਰੈਂਸ ਉਹਦੀ ਆ, ਰਿਪੇਅਰ ਉਹਦੀ ਆ, ਟਿਊਬਵੈੱਲ ਆਪਰੇਟਰ ਉਹਦੇ, ਹਾਂ ਟਿਊਬਵੈੱਲ ਆਪਰੇਟਰ ਉਹਦੇ ਹੋਣਗੇ, ਉਹ ਟਾਈਮਰ ਲਗਾਵੇ, ਉਹਦੀ ਰਾਖੀ ਕਰੇ, ਚੋਰੀ ਹੋਵੇ ਜੋ ਹੋਵੇ ਉਹ ਭਰੇਗਾ। ਸੋ ਸਾਨੂੰ ਇਹਦੇ ਵਿੱਚ ਮੈਂ ਸਮਝਦਾ ਕਿ ਜਿੱਥੇ 2 ਕਰੋੜ ਰੁਪਏ ਦਾ ਸਿੱਧੇ ਤੌਰ 'ਤੇ ਫਾਇਦਾ ਹੋਇਆ, ਉੱਥੇ ਸਾਨੂੰ ਲਗਭਗ 1 ਕਰੋੜ ਰੁਪਏ ਜਿਹੜਾ ਅਸੀਂ ਰੋਜ਼ ਮਹੀਨੇ ਦੀ ਤਨਖਾਹ ਦਿੰਦੇ ਸੀਗੇ, ਇਹ ਤੁਸੀਂ ਹਿਸਾਬ ਲਾ ਲਓ ਕਿ 12 ਕਰੋੜ ਦਾ ਤੇ ਸਾਨੂੰ ਬੰਦੇ ਫ੍ਰੀ ਹੋ ਗਏ। ਸਾਡੇ 200 ਬੰਦਾ ਸਾਡੇ ਲਈ ਫ੍ਰੀ ਹੋਇਆ ਜਿਨ੍ਹਾਂ ਨੂੰ ਅਸੀਂ ਹੋਰਾਂ ਕੰਮਾਂ 'ਚ ਲਾਇਆ। ਸੋ ਇਹ ਜਦੋਂ ਅਸੀਂ ਇਹ ਚੀਜ਼ ਲੈ ਕੇ ਆਏ ਸੀ, ਕਈ ਵਾਰੀ ਸਾਡੇ ਮੈਂਬਰ ਸਾਹਿਬਾਨਾਂ ਨੂੰ ਜਾਂ ਕਈ ਜਿੱਦਾਂ RTI ਐਕਟਿਵਿਸਟ ਨੇ ਜਿਨ੍ਹਾਂ ਨੂੰ ਨਹੀਂ ਸਮਝ ਹੁੰਦੀ, ਉਹ ਸਾਡੇ ਨਾਲ ਬੈਠ ਕੇ ਗੱਲ ਕਰਨ, ਅਸੀਂ ਉਹਨਾਂ ਨੂੰ ਦੱਸੀਏ 2 ਕਰੋੜ ਇੱਕ ਤੇ 12 ਕਰੋੜ ਰੁਪਏ ਦਾ, ਤੇ ਜੇ ਅਸੀਂ ਸਿੱਧੇ ਤੌਰ 'ਤੇ 2 ਕਰੋੜ ਰੁਪਏ ਸਾਨੂੰ ਟੈਂਡਰ 'ਚੋਂ ਬਚਿਆ ਔਰ 12 ਕਰੋੜ ਰੁਪਏ ਦੀ ਸਾਡੀ ਵਰਕ ਫੋਰਸ ਫ੍ਰੀ ਹੋਈ। ਇਸ ਤੋਂ ਇਲਾਵਾ ਸਾਡੀ ਹੁਣ ਉੱਥੇ ਚੋਰੀ ਜਿਹੜੀ ਆ ਉਹ ਠੇਕੇਦਾਰ ਭਰੇਗਾ, ਉਹਦੇ ਜਿਹੜੀ ਟਿਊਬਵੈੱਲਾਂ ਦਾ ਆਪਰੇਸ਼ਨ ਉਹ ਕਰੇਗਾ, ਰਿਪੇਅਰ ਉਹ ਕਰੇਗਾ। ਸਾਰੀਆਂ ਚੀਜ਼ਾਂ ਉਹਦੇ ਪ੍ਰਵਿਊ 'ਚ ਆ ਗਈਆਂ, ਜਿਹੜੀਆਂ ਅੱਗੇ ਸਾਨੂੰ ਬਹੁਤ ਸਾਰੇ ਪੈਸੇ ਆਪ ਭਰਨੇ ਪੈਂਦੇ ਸੀ, ਰਾਖੀ ਆਪ ਕਰਨੀ ਪੈਂਦੀ ਸੀ। ਜੇ ਅਸੀਂ 450 ਟਿਊਬਵੈੱਲ 'ਤੇ ਆਪਣਾ ਇੱਕ ਟਿਊਬਵੈੱਲ ਆਪਰੇਟਰ ਜਾਂ ਚੌਂਕੀਦਾਰ ਰੱਖੀਏ ਤਾਂ ਇਹ ਸਾਨੂੰ ਜੋ ਅਸੀਂ ਹੁਣ ਦੇ ਰਹੇ ਇਸ ਤੋਂ ਡਬਲ ਤੋਂ ਵੀ ਜ਼ਿਆਦਾ ਕੋਸਟ ਕਰਦਾ। ਸੋ ਮੈਂ ਸਮਝਦਾ ਕਿ ਇਸ ਵਾਲੇ ਡਿਸੀਜਨ ਦੇ ਨਾਲ ਜਿਹੜਾ ਨਗਰ ਨਿਗਮ ਨੇ ਪਹਿਲੇ 1 ਸਾਲ ਪਹਿਲਾਂ ਲਿਆ ਸੀਗਾ, ਉਹਦੇ 'ਚ ਸਾਨੂੰ
15 ਕਰੋੜ ਤੋਂ ਵੀ ਵੱਧ ਦਾ ਜਿਹੜੀ ਆ ਉਹ ਸੇਵਿੰਗ ਹੋਈ ਹੈ। ਹੁਣ ਜਿਹੜਾ ਕੁਐਸਚਨ ਆ ਗਿਆ ਕਿ ਇਹ ਪਹਿਲਾਂ ਇੰਨੇ ਦਾ ਸੀ ਹੁਣ ਕਿਉਂ ਵੱਧ ਗਏ, ਉਹਦੇ 'ਚ ਇਹ ਹੈ ਕਿ ਗਵਰਨਮੈਂਟ ਨੇ CSR ਰੇਟ ਵਧਾਏ ਨੇ। ਜਦੋਂ CSR ਰੇਟ ਵੱਧਦੇ ਨੇ ਐਸਟੀਮੇਟ ਵੀ ਉਹਦੇ ਅਕੋਰਡਿੰਗ ਬਣਦਾ। ਹੁਣ ਸਾਡਾ ਐਸਟੀਮੇਟ ਇੱਕ ਟੈਂਡਰ ਡਾਕੂਮੈਂਟ ਬਣੇਗਾ, ਉਹਦਾ ਟੈਂਡਰ ਡਾਕੂਮੈਂਟ ਪਬਲਿਸ਼ ਹੋਏਗਾ, ਉਹਦੀ ਬਿਡਿੰਗ ਹੋਏਗੀ, ਰਿਵਰਸ ਬਿਡਿੰਗ ਹੁੰਦੀ ਹੈ। ਉਹਦੇ 'ਚ ਕੋਈ ਵੀ ਬੰਦਾ ਆ ਕੇ, ਕਿਉਂਕਿ ਇੱਕ ਜਰਨਲ ਓਪਨ ਬਿਡਿੰਗ ਹੋਣੀ ਆ, ਉਹਦੇ 'ਚ ਹਰ ਬੰਦੇ ਨੇ ਆਪਣੀ ਬਿਡ ਦੇਣੀ ਆ। ਜਿਹੜੀ ਚੀਜ਼ ਅੱਜ ਅਸੀਂ 4.5 ਕਰੋੜ ਦੀ ਲਾਈ ਆ, ਕੋਈ 4 'ਚ, ਕੋਈ 3 'ਚ, ਕੋਈ 3.5 'ਚੋਂ ਕੱਟ ਕੇ ਲੈਂਦਾ। ਜਿਹੜਾ ਵੀ L1 ਆਏਗਾ ਉਹਨੂੰ ਅਸੀਂ ਉਹ ਟੈਂਡਰ ਅਲਾਟ ਕਰਨਾ ਹੁੰਦਾ, ਔਰ ਉਹ ਟਰਾਂਸਪੇਰੈਂਟ ਪ੍ਰਕਿਰਿਆ ਵਾ, ਉਹਦੇ ਵਿੱਚ ਕੋਈ ਇੱਦਾਂ ਦੀ ਗੱਲ ਨਹੀਂ। ਸੋ ਇਹਦੇ 'ਚ ਇਹ ਨਹੀਂ ਗਾ ਕਿ ਮੈਂ ਕਿਸੇ ਕੋਈ ਅਧਿਕਾਰੀ ਨੂੰ ਜਾਂ ਕਿਸੇ ਕਰਮਚਾਰੀ ਨੂੰ ਕੋਈ ਇੱਥੇ ਸੇਵ ਕਰ ਰਿਹਾ। ਫਿਰ ਵੀ ਅੱਜ ਅਸੀਂ ਹਾਊਸ ਦੇ ਵਿੱਚ ਇੱਕ ਗੱਲ ਕਹੀ ਹੈ ਕਿ ਇਹਦੇ ਉੱਤੇ ਸਾਡੀ ਇੱਕ ਹਾਈ ਪਾਵਰ ਕਮੇਟੀ ਬਣੀ ਆ, ਸਾਡੇ ਸਾਰੇ ਜਿੰਨੇ ਵੀ ਵੱਖਰੇ ਵੱਖਰੇ ਡਿਪਾਰਟਮੈਂਟਾਂ ਦੇ ਚੇਅਰਮੈਨ ਸਾਹਿਬ ਨੇ ਉਹਨਾਂ ਦੇ ਨਾਲ। ਉਹਦੇ 'ਚ ਮੇਅਰ, ਸੀਨੀਅਰ ਡਿਪਟੀ ਮੇਅਰ, ਕਮਿਸ਼ਨਰ ਔਰ ਬਾਕੀ ਸਾਡੇ ਚੇਅਰਮੈਨ ਸਾਹਿਬ ਸਾਰੇ ਬੈਠਦੇ ਨੇ, HOD ਬੈਠਦੇ ਨੇ। ਅਸੀਂ ਉਹਦੇ 'ਚ ਬੈਠ ਕੇ ਇੱਕ ਵਾਰੀ ਫਿਰ ਇਸ ਮੁੱਦੇ ਦੇ ਉੱਤੇ ਵਿਚਾਰ ਕਰਾਂਗੇ, ਔਰ ਜੇ ਕੋਈ ਉਹਦੇ 'ਚ ਕਿਸੇ ਵੀ ਕਿਸਮ ਦੀ ਕੋਈ ਕਮੀ ਪੇਸ਼ੀ ਪਾਈ ਜਾਏਗੀ ਤਾਂ ਉਹਨੂੰ ਅਸੀਂ ਦਰੁਸਤ ਕਰਕੇ ਅੱਗੇ ਚੱਲਾਂਗੇ। ਅੱਛਾ ਸਰ, ਇੱਕ ਸਵਾਲ ਤੁਹਾਡੇ ਚੇਅਰਮੈਨ ਸਾਹਿਬ ਨੇ ਚੁੱਕਿਆ ਵੀ ਜਿਹੜੇ ਇਹਨਾਂ ਦੀ ਠੇਕੇਦਾਰਾਂ ਦੀ ਜਿਹੜੇ ਕੁਝ ਟਿਊਬਵੈੱਲ ਵਾਲੇ ਨੇ, ਇਹਨਾਂ ਦੀ ਕੋਈ ਬੋਲੀ ਠੀਕ ਨਹੀਂ, ਬੋਲਚਾਲ ਠੀਕ ਨਹੀਂ ਹੈ ਇਹਨਾਂ ਨਾਲ। ਦੇਖੋ, ਉਹਦੇ 'ਚ ਅੱਜ ਹਾਊਸ 'ਚ ਇਹ ਗੱਲਾਂ ਸਾਹਮਣੇ ਆਈਆਂ। ਕੋਈ ਵੀ ਠੇਕੇਦਾਰ, ਅਸੀਂ ਸਿੱਧੇ ਤੌਰ 'ਤੇ ਨਾ ਮੇਅਰ ਨੇ ਨਾ ਸਾਡੇ ਕੌਂਸਲਰ ਸਾਥੀਆਂ ਨੇ ਠੇਕੇਦਾਰ ਨਾਲ ਡੀਲ ਨਹੀਂ ਕਰਨਾ ਹੁੰਦਾ। ਠੇਕੇਦਾਰ ਨਾਲ ਡੀਲ ਸਾਡੇ ਜਿਹੜੇ ਆਫਿਸਰ ਨੇ, ਜਿਹੜੇ ਸਾਡੇ XCN JE SD ਉਹਨਾਂ ਨੇ ਕਰਨਾ ਹੁੰਦਾ। ਸੋ ਅਸੀਂ ਉਹਦੇ 'ਚ ਆਪਣੇ ਜਿਹੜੇ ਵੀ ਸਾਡੇ ਕੰਸਰਨਡ ਆਫਿਸਰਸ ਨੇ, ਅਸੀਂ ਉਹਨਾਂ ਨੂੰ ਇਹ ਗੱਲ ਦੀ ਰਿਪੋਰਟ ਲਵਾਂਗੇ ਔਰ ਠੇਕੇਦਾਰ ਨੂੰ ਵੀ ਉਹਨਾਂ ਦੇ ਥਰੂ ਤਾੜਨਾ ਕਰਾਂਗੇ। ਜੇ ਉਹਨੇ ਕੋਈ ਕਿਤੇ ਮਿਸਬਿਹੇਵ ਕੀਤਾ ਤੇ ਉਹਦੇ ਖਿਲਾਫ ਜੋ ਵੀ ਸਾਡੇ ਕੋਲ ਕਾਰਵਾਈ ਬਣਦੀ ਉਹ ਜ਼ਰੂਰ ਕਰਾਂਗੇ। ਮੈਂ ਸਭ ਇੱਕ ਕਾਰਪੋਰੇਸ਼ਨ ਜਿਹੜੇ ਸਫਾਈ ਕਰਮਚਾਰੀ ਉਹਨਾਂ ਨੇ ਸਫਾਈ ਵਿਵਸਥਾ ਠੱਪ ਕਰ ਦਿੱਤੀ ਹੈ। ਉਹਨਾਂ ਦਾ ਆਰੋਪ ਹੈ ਵੀ ਕਈ ਤਰ੍ਹਾਂ ਦੇ ਭ੍ਰਿਸ਼ਟਾਚਾਰ ਹੋ ਰਹੇ ਇੱਥੇ, ਜਾਂ ਉਹਨਾਂ ਨੂੰ ਪ੍ਰਤਾੜਿਤ ਕੀਤਾ ਜਾ ਰਿਹਾ। ਮੈਨੂੰ ਮੇਰੇ ਨਾਲ ਤੇ ਤੁਸੀਂ ਪੁਆਇੰਟ ਦੀ ਗੱਲ ਕਰੋ। ਇੱਦਾਂ ਦੇ ਜਿਹੜੀਆਂ ਫਾਲਤੂ ਡਿਸਕਸ਼ਨ, ਉਹਦਾ ਕੋਈ ਫਾਇਦਾ ਨਹੀਂ। ਮੈਨੂੰ ਤੇ ਪੁਆਇੰਟ ਵਾਈਜ਼ ਦੱਸੋ ਕਿ ਉਹਨਾਂ ਦਾ ਇਹ ਵਾਲਾ ਡਿਮਾਂਡ ਇਹ ਹੈਗੀ ਆ, ਉਹ ਅਸੀਂ ਉਹ ਡਿਮਾਂਡ ਵਾਈਜ਼ ਉਹਨਾਂ ਦੀਆਂ ਅਸੀਂ ਜਵਾਬ ਦੇ ਦਾਂਗੇ। ਇੱਕ ਤਾਂ ਉਹਨਾਂ ਨੇ PF ਦੀ ਗੱਲ ਕੀਤੀ ਵੀ 400 ਕਰੋੜ ਰੁਪਏ ਦਾ ਜਿਹੜਾ ਉਹ PF ਨਹੀਂ ਅਜੇ ਤੱਕ ਮਿਲ ਰਿਹਾ। ਉਹ ਹੋਰ ਵੀ ਕਹਿੰਦੇ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ। PF ਘੁਟਾਲਾ ਪਿਛਲੀ ਸਰਕਾਰ 'ਚ ਹੋਇਆ, ਉਦੋਂ ਤੇ ਇਹ ਬੋਲੇ ਨਹੀਂ। ਹੁਣ ਤੇ ਅਸੀਂ ਉਹਦੀ ਇਨਕੁਆਇਰੀ ਵੀ ਕਰਵਾ ਦਿੱਤੀ, ਇਹਨਾਂ ਦੀਆਂ ਪੋਸਟਿੰਗ ਵੀ ਸ਼ੁਰੂ ਹੋ ਗਈਆਂ ਔਰ ਉਹ ਕਮਿਸ਼ਨਰ ਸਾਹਿਬਾਂ ਨੂੰ ਕਹਿ ਦਿੱਤਾ ਗਿਆ ਸੀਗਾ ਕਿ ਜੋ ਕਿਸੇ ਦਾ ਉਹਦੇ 'ਚ ਪੂਰੀ ਤਸੱਲੀ ਕਰਵਾ ਦਿੱਤੀ ਜਾਵੇ। ਉਹ ਨਗਰ ਨਿਗਮ ਕਮਿਸ਼ਨਰ ਨੇ ਸਾਰੇ ਆਪਣੇ ਡਿਪਾਰਟਮੈਂਟ ਦੀ ਡਿਊਟੀ ਲਾਈ ਹੈ ਔਰ PF ਦੀ ਪੋਸਟਿੰਗ ਰੈਗੂਲਰ ਹੋ ਰਹੀ ਹੈ। ਦੇਖੋ, ਜਿਵੇਂ ਸਫਾਈ ਕਰਮਚਾਰੀ ਹੜਤਾਲ 'ਤੇ ਚਲੇ ਜਾਂਦੇ ਨੇ, ਨੁਕਸਾਨ ਤਾਂ ਸ਼ਹਿਰ ਵਾਸੀਆਂ ਦਾ ਹੁੰਦਾ, ਅਤੇ ਕਿਆ ਇਹਨਾਂ ਨੂੰ ਪੈਸੀਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਕੀਤੀ ਗਈ ਹੈ ਅਤੇ ਇਹ ਮੰਨੇ ਨਹੀਂ? ਨਹੀਂ, ਅਸੀਂ ਹਮੇਸ਼ਾ ਹੀ ਕਰਦੇ ਹਾਂ। ਸਾਡਾ ਆਪਣਾ ਪਰਿਵਾਰ ਹੈ। ਜਿਹੜੀਆਂ ਜੈਨੂਅਨ ਮੰਗਾਂ ਨੇ, ਕਿਤੇ ਵੀ ਉਹਨਾਂ ਦੀ ਕੋਈ ਜੈਨੂਅਨ ਮੰਗ ਹੋਏਗੀ ਉਹ ਪਹਿਲ ਦੇ ਆਧਾਰ 'ਤੇ ਹੱਲ ਕੀਤੀ ਜਾਏਗੀ। ਔਰ ਜੇ ਕੋਈ ਗੈਰ ਕਾਨੂੰਨੀ ਮੰਗ ਹੋਏਗੀ ਜਿਹੜੀ ਅਸੀਂ ਨਹੀਂ ਕਰ ਸਕਦੇ, ਉਹ ਨਹੀਂ ਕਰ ਪਾਵਾਂਗੇ। ਉਹਦੇ ਲਈ ਅਸੀਂ ਨੋ ਵਰਕ ਨੋ ਪੇ ਦਾ ਜਿਹੜਾ ਐਕਟ ਹੈ ਉਹ ਆਪਣਾ ਕੰਮ ਕਰੇਗਾ। ਰੋਜ਼ ਹੜਤਾਲਾਂ ਅਸੀਂ ਅਫੋਰਡ ਨਹੀਂ ਕਰਦੇ। ਅਸੀਂ ਹੁਣ ਜੋ ਵੀ ਐਕਟ ਵਾਈਜ਼, ਕਾਨੂੰਨ ਵਾਈਜ਼ ਜੋ ਕਾਰਵਾਈ ਹੋਏਗੀ ਉਹ ਨਗਰ ਨਿਗਮ ਅਸੀਂ ਕਰਾਂਗੇ। ਅੱਛਾ ਸਰ, ਇੱਕ ਕਮਿਸ਼ਨਰ ਮੈਡਮ ਨੇ ਇੱਕ ਅਧਿਕਾਰੀ ਨੂੰ ਫੜਿਆ ਸੀ ਜਿਹੜਾ ਕੁਝ ਫਾਈਲਾਂ ਇੱਥੋਂ ਚੱਕ ਕੇ ਆਪਣੇ ਘਰ ਲੈ ਜਾ ਰਿਹਾ ਸੀ, ਜਦ ਕਿ ਉਹਦਾ ਤਬਾਦਲਾ ਹੋ ਗਿਆ ਸੀਗਾ। ਪਹਿਲੇ ਵੀ ਕਈ ਫਾਈਲਾਂ, ਕਾਫੀ ਸਾਰੀਆਂ ਫਾਈਲਾਂ ਨਗਰ ਨਿਗਮ 'ਚ ਗੁੰਮ ਹੋਈਆਂ, ਜਿਨ੍ਹਾਂ ਦਾ ਕੋਈ ਪਤਾ ਨਹੀਂ ਚੱਲਿਆ ਜੀ। ਦੇਖੋ, ਜਿਹੜੀ ਫਾਈਲ ਗੁੰਮ ਹੁੰਦੀ ਆ ਇਹ ਐਗਜ਼ੈਕਟਿਵ ਦਾ ਕੰਮ ਆ ਔਰ ਬਹੁਤ ਸਾਰੇ FIR ਰਜਿਸਟਰਡ ਇਸ ਕਾਰਪੋਰੇਸ਼ਨ ਦੇ ਵਿੱਚ। ਜਦੋਂ ਅਸੀਂ ਟੇਕ ਓਵਰ ਨਹੀਂ ਸੀ ਕੀਤਾ, ਉਸ ਤੋਂ ਪਹਿਲਾਂ ਇੱਕ ਵਰਕ ਕਲਚਰ ਹੀ ਡਿਫਰੈਂਟ ਸੀਗਾ। ਉਦੋਂ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਹੁੰਦੀਆਂ ਸੀਗੀਆਂ ਔਰ ਜਿੱਥੇ ਵੀ ਇੱਦਾਂ ਦੀਆਂ ਹੋਈਆਂ ਉਹਨਾਂ ਦੇ ਖਿਲਾਫ ਕਾਰਵਾਈ ਹੋਈ, FIR ਹੋਈਆਂ, ਉਹਨਾਂ ਦੀ ਇਨਕੁਆਇਰੀ ਕਿਸੇ ਦੀ ਹੋ ਗਈ, ਕਿਸੇ ਦੀ ਚੱਲ ਰਹੀ ਆ। ਔਰ ਉਹ ਸਿਰਫ ਇਹ ਨਹੀਂ ਕਿ ਡਿਪਾਰਟਮੈਂਟਲ ਇਨਕੁਆਇਰੀ, ਉਹਦੀ ਪੁਲਿਸ ਨੇ ਵੀ ਇਨਕੁਆਇਰੀ ਕੀਤੀ ਆ। ਜਿੱਥੋਂ ਤੱਕ ਕਮਿਸ਼ਨਰ ਸਾਹਿਬਾਂ ਨੇ ਕਿਸੇ ਅਧਿਕਾਰੀ ਨੂੰ ਪਕੜਿਆ, ਉਹਦੇ 'ਚ ਉਹਨਾਂ ਨੇ ਉਹਨੂੰ ਬੁਲਾਇਆ ਹੋਏਗਾ, ਐਕਸਪਲੇਨੇਸ਼ਨ ਲਈ ਹੋਏਗੀ। ਜੇ ਕੋਈ ਕਾਰਵਾਈ ਬਣਦੀ ਹੋਏਗੀ ਤਾਂ ਉਹ ਜ਼ਰੂਰ ਹੋਏਗੀ। ਬਾਕੀ ਜ਼ਰੂਰੀ ਨਹੀਂ ਗਾ ਕਿ ਜੇ ਕਿਸੇ ਦੀ ਕਾਰ ਦੇ ਵਿੱਚ ਕੋਈ ਫਾਈਲ ਆ ਤੇ ਉਹ ਫਾਈਲ ਕੋਈ ਚੋਰੀ ਕਰਕੇ ਲਿਜਾ ਰਿਹਾ। ਜਿਹੜਾ ਡਿਪਾਰਟਮੈਂਟ ਦਾ ਇੱਕ ਸੀਨੀਅਰ ਆਫਿਸਰ ਆ, ਉਹ ਆਥੋਰਾਈਜ਼ ਆ ਫਾਈਲ ਨੂੰ ਕੈਰੀ ਕਰਨ ਵਾਸਤੇ, ਉਹ ਫਾਈਲ ਦੇ ਉੱਤੇ ਕੰਮ ਕਰਨ ਵਾਸਤੇ। ਅਸੀਂ ਇਹ ਕਿੱਦਾਂ ਡਿਫਾਈਨ ਕਰ ਸਕਦੇ ਕਿ ਉਹ ਜਿਹੜੀ ਕਾਰ ਦੇ ਵਿੱਚ ਫਾਈਲ ਪਈ ਸੀ, ਉਹ ਕਾਰ ਦੇ ਵਿੱਚੋਂ ਫਾਈਲ ਚੋਰੀ ਹੋ ਰਹੀ ਸੀ? ਪਰ ਇਹ ਫਿਰ ਵੀ ਪ੍ਰੈਰੋਗੇਟਿਵ ਨਗਰ ਨਿਗਮ ਕਮਿਸ਼ਨਰ ਦਾ, ਉਹਨਾਂ ਦੇ ਕੋਲ ਉਹ ਇਨਕੁਆਇਰੀ ਹੋਏਗੀ, ਉਹ ਤੁਹਾਨੂੰ ਇਹਦਾ ਸਹੀ ਜਵਾਬ ਦੇਣਗੇ। ਇੱਕ ਲਾਸਟ ਸਵਾਲ ਮੇਰੇ ਸਾਹਿਬ, ਹਰ ਵਾਰੀ ਦੇਖੋ ਸ਼ਹਿਰ ਦੀ ਸਵੱਛਤਾ ਰੈਂਕਿੰਗ ਹੁੰਦੀ ਹੈ, ਲਗਾਤਾਰ ਅੰਮ੍ਰਿਤਸਰ ਪਿਛੜ ਰਿਹਾ। ਐਜ਼ ਏ ਮੇਅਰ ਤੁਸੀਂ ਕੀ ਸਮਝਦੇ ਹੋ ਕਿ ਲੋਕ ਪਾਰਟਿਸਿਪੇਟ ਨਹੀਂ ਕਰ ਰਹੇ ਜਾਂ ਅਸੀਂ ਕਿਤੇ ਸਾਡੇ 'ਚ ਕੋਈ ਕਮੀ ਹੈ ਜੀ? ਪਹਿਲੀ ਗੱਲ ਤਾਂ ਇਹ ਹੈ ਕਿ ਸਵਾਲ ਤੁਹਾਡਾ ਗਲਤ ਆ। ਅਸੀਂ ਪਛੜ ਨਹੀਂ ਰਹੇ। ਅਸੀਂ ਹਰ ਸਵਾਲ ਠੀਕ ਹੈ ਜੀ ਮੇਰਾ 47 ਵਿੱਚ ਤੁਸੀਂ 47 ਸ਼ਹਿਰਾਂ ਦੇ ਸੀ, 39 ਹੈ ਜੀ। ਮੈਂ ਗੱਲ ਕਰਦਾ, ਤੁਸੀਂ ਸਵਾਲ ਜਵਾਬ ਸੁਣ ਲਓ ਨਾ।
ਤੁਸੀਂ 47 ਚੋਂ ਕੀ ਹੋ ਗਿਆ ਉਹ ਨਹੀਂ ਗਾ। ਤੁਸੀਂ ਇਹ ਵੇਖੋ ਕਿ ਜਦੋਂ ਸਾਡੇ ਹੱਥ ਕਾਰਪੋਰੇਸ਼ਨ ਆਈ ਸੀ ਉਸ ਤੋਂ ਬਾਅਦ ਅਸੀਂ ਹਰ ਸਾਲ ਰੈਂਕਿੰਗ ਅਪਰੂਵ ਕੀਤੀ ਹੈ ਕਿ ਨੀਚੇ ਆਏ, ਪੈਰਾਮੀਟਰ ਬਦਲਦੇ ਨੇ। ਔਰ ਉਹਦੇ ਲਈ ਅਸੀਂ ਇੱਕ ਗੱਲ ਤੁਹਾਨੂੰ ਮੈਂ ਦਾਅਵੇ ਨਾਲ ਔਰ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਹਰ ਸਾਲ ਅਸੀਂ ਉਹਦੇ ਵਿੱਚ ਬਹੁਤ ਜ਼ਿਆਦੀਆਂ ਸਟਰਾਈਡ ਉੱਪਰ ਲੈ ਕੇ ਗਏ ਹਾਂ। ਔਰ ਇਸ ਸਾਲ ਵੀ ਸਾਡੇ ਡਿਪਾਰਟਮੈਂਟ ਨੇ ਬਹੁਤ ਸਾਰਾ ਕੰਮ ਕੀਤਾ। ਔਰ ਅਸੀਂ ਆਪ ਪਹਿਲਾਂ ਤਾਂ ਸਾਡਾ ਕੋਈ ਇੰਟਰਸਟ ਨਹੀਂ ਸੀ ਹੁੰਦਾ, ਕਿਉਂਕਿ ਸਾਡਾ ਜਿਹੜੇ ਅਸੀਂ ਇਲੈਕਟਡ ਲੋਕ ਹੁੰਦੇ, ਸਾਡਾ ਇੰਟਰਸਟ ਹੁੰਦਾ ਕਿ ਲੋਕਾਂ ਦੇ ਘਰਾਂ 'ਚੋਂ ਕੂੜਾ ਚੁੱਕਿਆ ਜਾਵੇ, ਸੜਕਾਂ ਸਾਫ਼ ਹੋ ਜਾਣ। ਔਰ ਸਾਨੂੰ ਇਹ ਬਹੁਤ ਲੇਟ ਸਮਝ ਆਈ ਹੈ ਕਿ ਬਹੁਤ ਸਾਰੇ ਪੈਰਾਮੀਟਰ ਹੋਰ ਹੁੰਦੇ ਨੇ ਜਿਹਦੇ ਨਾਲ ਰੈਂਕਿੰਗ ਵੱਧਦੀ ਆ। ਅਸੀਂ ਇੱਕ ਹੀ ਪੈਰਾਮੀਟਰ ਸਮਝ ਲਿਆ ਕਿ ਸਾਡੇ ਲੋਕ ਖੁਸ਼ ਨੇ, ਅਸੀਂ ਕੂੜਾ ਚੁੱਕ ਦਿੱਤਾ, ਘਰਾਂ 'ਚੋਂ ਉਠਾ ਲਿਆ, ਸੜਕਾਂ ਸਾਫ਼ ਕਰਤੀਆਂ, ਸ਼ਹਿਰ ਦੀ ਸਫਾਈ ਹੋ ਗਈ। ਪਰ ਜਦੋਂ ਅਸੀਂ ਉਹ ਸਾਰੀਆਂ ਜਿਹੜੀਆਂ ਗਾਈਡਲਾਈਨਸ ਨੇ ਇਹਦੀਆਂ ਸਵੱਛਤਾ ਸਰਵੇਖਣ ਦੀਆਂ, ਜਦੋਂ ਉਹਨਾਂ ਨੂੰ ਅਸੀਂ ਦੇਖਿਆ, ਉਹਦੇ ਉੱਤੇ ਸਾਡੀ ਸਾਰੀ ਟੀਮ ਨੇ, ਮੈਂ ਬਤੌਰ ਮੇਅਰ, ਕਮਿਸ਼ਨਰ ਸਾਹਿਬਾਂ, ਸਾਡੇ ਸਾਰੇ ਕਾਉਂਸਲਰ ਸਾਥੀਆਂ ਨੂੰ ਅਸੀਂ ਨਾਲ ਇੰਗੇਜ ਕੀਤਾ। ਹਰ ਵਾਰਡ 'ਚ ਅਸੀਂ ਪ੍ਰੋਗਰਾਮ ਕੀਤੇ, ਅਸੀਂ ਹਰ ਗਲੀ ਮੁਹੱਲੇ ਆਪ ਗਏ ਹਾਂ, ਸਾਡੇ ਸਾਥੀ ਕਾਉਂਸਲਰ ਗਏ ਨੇ, ਸਾਡੀ ਸਾਰੀ ਹੈਲਥ ਐਂਡ ਸੈਨੀਟੇਸ਼ਨ ਦੀ ਟੀਮ ਗਈ ਹੈ। ਇਸ ਤੋਂ ਇਲਾਵਾ ਸਾਡੇ ONM ਡਿਪਾਰਟਮੈਂਟ ਦੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜਿਹੜੇ ਉਹਦੇ ਵਿੱਚ ਕਈ ਇੱਦਾਂ ਦੇ ਆਰਟੀਕਲ ਨੇ ਜਿਹੜੇ ONM ਡਿਪਾਰਟਮੈਂਟ ਨੇ ਪੂਰੇ ਕਰਨੇ, ਕੋਈ ਸਿਵਲ ਨੇ ਕਰਨੇ, ਕੋਈ ਹਾਰਟੀਕਲਚਰ ਨੇ ਕਰਨੇ। ਸਾਰੇ ਨਗਰ ਨਿਗਮ ਦੀ ਟੀਮ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕੀਤਾ ਔਰ ਸਾਨੂੰ ਆਸ ਹੈ ਕਿ ਇਹਦੇ ਨਤੀਜੇ ਵੀ ਚੰਗੇ ਆਉਣਗੇ। ਪਰ ਹਰ ਸਾਲ ਇਹ ਗੱਲ ਮੈਂ ਤੁਹਾਨੂੰ ਦੱਸਦਾ ਕਿ ਜਿੱਥੋਂ ਸਾਨੂੰ ਕਾਰਪੋਰੇਸ਼ਨ ਮਿਲੀ ਸੀ, ਅਸੀਂ ਹਰ ਸਾਲ ਹੀ ਇੰਪਰੂਵਮੈਂਟ ਕੀਤੀ ਹੈ। ਤੁਸੀਂ ਸ਼ਹਿਰ ਦੇ ਵਿੱਚ ਗੰਦਗੀ ਨਹੀਂ ਵੇਖੋਗੇ, ਤੁਸੀਂ ਲੋਕਾਂ ਦੇ ਘਰਾਂ 'ਚੋਂ ਅਸੀਂ ਕੂੜਾ ਚੁੱਕ ਰਹੇ ਹਾਂ, ਪਰ ਉਹ ਜਿਹੜੇ ਡਿਫਰੈਂਟ ਕਾਈਂਡ ਆਫ ਪੈਰਾਮੀਟਰ ਸੀ ਉਹ ਜ਼ਰੂਰ ਅਸੀਂ ਪਿਛਲੇ 1-2 ਸਾਲ ਇਗਨੋਰ ਕੀਤੇ, ਜਿਨ੍ਹਾਂ ਨੂੰ ਐਰਕੀ ਅਸੀਂ ਸਾਰੀਆਂ ਹੀ ਉਹਨਾਂ ਚੀਜ਼ਾਂ ਦੀ ਕੰਪਲਾਇੰਸ ਕੀਤੀ, ਉਹਨਾਂ 'ਤੇ ਕੰਮ ਕੀਤਾ ਔਰ ਸਾਨੂੰ ਐਰਕੀ ਆਸ ਹੈ ਕਿ ਅਸੀਂ ਇਹਦੇ ਵਿੱਚ ਕਾਮਯਾਬ ਹੋਵਾਂਗੇ। ਤੁਸੀਂ ਕੁਝ ਹੋਰ ਕਰਨਾ ਚਾਹੋ? ਬਸ ਧੰਨਵਾਦ। ਮੈਂ ਤਾਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਇਹ ਸਾਰੇ ਸ਼ਹਿਰ ਦੀ ਸਫਾਈ ਜਾਂ ਹੋਰ ਜਿਹੜੀਆਂ ਵੀ ਕੋਈ ਵੀ ਸਾਡੇ ਤੁਸੀਂ ਕਹਿ ਲਓ ਐਗਜ਼ਾਮ ਹੁੰਦੇ ਨੇ, ਉਹਦੇ ਵਿੱਚ ਨਗਰ ਨਿਗਮ ਤੇ ਇੱਦਾਂ ਬਹੁਤ ਰੋਲ ਛੋਟਾ ਹੁੰਦਾ, ਜ਼ਿਆਦਾ ਵੱਡਾ ਰੋਲ ਇੱਕ ਸ਼ਹਿਰ ਵਾਸੀਆਂ ਦਾ ਹੁੰਦਾ ਕਿ ਸ਼ਹਿਰ ਵਾਸੀਆਂ ਨੇ ਆਪਣੇ ਸ਼ਹਿਰ ਵਾਸੀਆਂ ਦੀਆਂ ਆਦਤਾਂ ਕਿੱਦਾਂ ਦੀਆਂ, ਸ਼ਹਿਰ ਵਾਸੀ ਆਪਣੇ ਸ਼ਹਿਰ ਨੂੰ ਕਿੱਦਾਂ ਸਾਫ਼ ਰੱਖਦੇ ਨੇ, ਸ਼ਹਿਰ ਵਾਸੀ ਸਮਾਜ ਦੇ ਵਿੱਚ ਕੀ ਆਪਣਾ ਇੱਕ ਰੋਲ ਅਦਾ ਕਰਦੇ ਨੇ। ਸੋ ਮੇਰੀ ਰਿਕੁਐਸਟ ਹੈ ਕਿ ਇਹ ਜਿਹੜੇ ਇਹ ਆਪਣੇ ਸ਼ਹਿਰ ਦੀ ਸਫਾਈ ਨੂੰ ਲੈ ਕੇ, ਹਰਿਆਵਲੀ ਨੂੰ ਲੈ ਕੇ, ਸਾਰੀਆਂ ਚੀਜ਼ਾਂ ਨੂੰ ਲੈ ਕੇ ਜ਼ਰੂਰ ਸੁਚੇਤ ਰਹੋ ਔਰ ਜਿੰਨੇ ਵੀ ਸਾਡੇ ਸਰਵੇਖਣ ਆਉਂਦੇ ਨੇ ਉਹਨਾਂ ਦੇ ਵਿੱਚ ਪਾਰਟੀਸਪੇਟ ਕਰੋ। ਅਸੀਂ ਤਾਂ ਬਹੁਤ ਸਾਰੀਆਂ ਚੀਜ਼ਾਂ 'ਚ ਇਸ ਗੱਲੋਂ ਹੀ ਪਛੜ ਜਾਂਦੇ ਕਿ ਸਾਡੇ ਸਿਟੀਜ਼ਨ ਇੱਕ ਪਾਰਟੀਸਪੇਸ਼ਨ ਦੇ ਨੰਬਰ ਹੁੰਦੇ ਨੇ, ਸਾਡੇ ਸਿਟੀਜ਼ਨ ਉਹਦੇ 'ਚ ਪਾਰਟੀਸਪੇਟ ਹੀ ਨਹੀਂ ਕਰਦੇ। ਸੋ ਉਹ ਨਗਰ ਨਿਵਾਸੀਆਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਔਰ ਜਿਹੜਾ ਇੱਕ ਨਗਰ ਨਿਵਾਸੀਆਂ ਦਾ ਫਰਜ਼ ਇਸ ਪਵਿੱਤਰ ਨਗਰੀ ਪ੍ਰਤੀ ਹੈ, ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਉਹ ਵੀ ਜ਼ਰੂਰ ਆਪਣਾ ਨਿਭਾਉਣ। ਨਗਰ ਨਿਗਮ ਦੀ ਤਰਫੋਂ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਦਿਨ ਰਾਤ ਤੁਹਾਡੀ ਸੇਵਾ 'ਚ ਲੱਗੇ ਹਾਂ ਔਰ ਸਾਰਾ ਪਰਿਵਾਰ ਨਗਰ ਨਿਗਮ ਦਾ ਇਸੇ ਤਰੀਕੇ ਦੇ ਨਾਲ इस शहर की सेवा करेगा और किसी किस्म की कोई मुश्किल नहीं आने देंगे। धन्यवाद हमारे साथ बात करने के लिए। ये थे मेयर करणजीत सिंह रिंटू। आज 435 करोड़ रुपए का बजट पास किया गया है। इन्होंने स्पष्ट कर दिया है नो वर्क नो पे का कल्चर अब यहाँ पर लागू किया जाएगा। जो कर्मचारी बिना वजह ही हड़ताल करते हैं या अनजाने उनकी डिमांड्स होती हैं, ये किसी दबाव में काम नहीं करेंगे। दूसरी बात ये रही, जो स्वच्छता सर्वेक्षण अभियान है उसमें इन्होंने लोगों की पार्टिसिपेशन करने की बात की है। लोगों के सहयोग के बिना शहर की रैंकिंग ऊपर आना असंभव है, भले ही ये कितना भी काम क्यों ना करते रहें। अमृतसर से D4 न्यूज़ के लिए दीपक भंडारी की खास रिपोर्ट।